ਅੱਜ ਦਾ ਸ਼ਬਦ ਹੈ ਮਾਧੋ ਸਤ ਸੰਗਤ ਸਰਨ ਤੁਮਾਰੀ। ਇਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ। ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਚ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਕਿਹਾ ਸੀ, ਭਗਤਾਂ ਦੀ ਬਹੁਤ ਉੱਚਾ ਸਥਾਨ ਭਗਤਾਂ ਨੂੰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਦੀ ਕਈ ਡੈਫੀਨੇਸ਼ਨਸ ਦਿੱਤੀਆਂ ਨੇ, ਪਰ ਉਹਦੇ ਚ ਇੱਕ ਚੀਜ਼, ਸਾਰੀਆਂ ਡੈਫੀਨੇਸ਼ਨਸ ਚ ਇੱਕ ਚੀਜ਼ ਕਾਮਨ ਹੈ। ਭਗਤ ਗੁਰਬਾਣੀ ਅਨੁਸਾਰ ਭਗਤ ਹੈ ਭ ਤੋਂ ਮਤਲਬ ਕੀ ਭਾਵ, ਗ ਤੋਂ ਮਤਲਬ ਗਿਆਨ, ਔਰ ਤ ਤੋਂ ਮਤਲਬ ਹੈ ਤਿਆਗ। ਸਿਰਫ ਇੱਕ ਚੀਜ਼ ਹੋਣ ਦੇ ਨਾਲ, ਅਗਰ ਸਿਰਫ ਭਾਵਨਾ ਹੈ ਔਰ ਗਿਆਨ ਨਹੀਂ ਹੈ ਤੇ ਤਾਂ ਵੀ ਕੁਛ ਨਹੀਂ, ਤਾਂ ਵੀ ਸਿਰਫ ਭਾਵਨਾ ਦੇ ਨਾਲ ਹੀ ਗਿਆਨ ਦੀ ਪ੍ਰਾਪਤੀ ਜਦੋਂ ਤੱਕ ਨਹੀਂ ਹੁੰਦੀ ਉਦੋਂ ਕੱਲਾ ਤੱਕ ਭਾਵ ਹੁੰਦਾ। ਪਰ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਦੋਂ ਸਿਰਫ ਭਾਵਨਾ ਔਰ ਸਿਰਫ ਗਿਆਨ ਦੇ ਨਾਲ ਨਹੀਂ, ਔਰ ਇਹਦੇ ਵਿੱਚ ਤੱਤੇ ਤੋਂ ਤਿਆਗ। ਜੋ ਭਗਤ ਹੁੰਦੇ ਨੇ ਉਹਨਾਂ ਦੇ ਮਨ ਚ ਇੰਨਾ ਸੰਤੋਖ, ਇੰਨਾ ਸਬਰ ਹੁੰਦਾ ਹੈ, ਇੰਨਾ ਉਹਨਾਂ ਚ ਨੀਵਾਂਪਨ ਆ ਜਾਂਦਾ ਕਿ ਉਹਨਾਂ ਦੇ ਵਿੱਚ ਤਿਆਗ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਖਾਣਾ ਪੀਣਾ ਛੋੜਤਾ, ਜਾਂ ਉਹਨਾਂ ਨੇ ਆਪਣਾ ਘਰ ਛੋੜਤਾ, ਜਾਂ ਉਹਨਾਂ ਨੇ ਦੁਨਿਆਵੀਆਂ ਚੀਜ਼ਾਂ ਛੋੜਤੀਆਂ। ਤਿਆਗ ਦਾ ਮਤਲਬ ਹੁੰਦਾ ਜੋ ਉਹਨਾਂ ਦੀਆਂ ਇੰਦਰੀਆਂ ਹੁੰਦੀਆਂ ਨੇ, ਉਹਨਾਂ ਦਾ ਤਿਆਗ। ਕਿ ਉਹਨਾਂ ਨੂੰ ਕ੍ਰੋਧ ਤੇ ਉਹਨਾਂ ਨੂੰ ਕਾਬੂ ਆ ਜਾਂਦਾ ਹੈ, ਕ੍ਰੋਧ ਤਿਆਗ ਦਿੰਦੇ ਨੇ। ਜਿਹੜੀਆਂ ਪੰਜ ਜੋ ਅਵਗੁਣ ਸਾਡੇ ਹੈਗੇ ਨੇ, ਕਿਉਂਕਿ ਬਾਣੀ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਬਾਣੀ ਜੋ ਸਾਨੂੰ ਸਿਖਾਉਂਦੀ ਹੈ, ਬਾਣੀ ਕਹਿੰਦੀ ਹੈ ਸਾਨੂੰ ਆਪਣੇ ਮਨ ਤੇ ਕਾਬੂ ਪਾਣਾ, ਆਪਣੀ ਇੰਦਰੀਆਂ ਤੇ ਕਾਬੂ ਪਾਣਾ। ਕਿਉਂਕਿ ਸਾਡਾ ਮਨ ਹੀ ਹੈ ਜੋ ਕਿ ਭਟਕਦਾ, ਸਾਡਾ ਮਨ ਹੀ ਹੈ ਜੋ ਕਿ ਸਾਨੂੰ ਸਾਰੇ ਵਿਕਾਰਾਂ ਵੱਲ ਲੈ ਜਾਂਦਾ। ਸਾਡਾ ਮਨ ਹੀ, ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਕਰ ਰਿਹਾ, ਸਾਡਾ ਮਨ ਕਰ ਰਿਹਾ, ਅਸੀਂ ਠਹਿਰ ਕੇ ਪਾਠ ਕਰਾਂਗੇ, ਹਾਲੀ ਸਾਡਾ ਮਨ ਨਹੀਂ ਹੈ। ਪਰ ਤਿਆਗ ਉਹੀ ਹੈ ਜੋ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ, ਆਪਣੀ ਇੰਦਰੀਆਂ ਤੇ ਕਾਬੂ ਪਾ ਲੈਂਦਾ ਹੈ। ਉਹ ਫਿਰ ਉਹਦੀ ਅਵਸਥਾ ਫਿਰ ਭਗਤਾਂ ਦੀ ਅਵਸਥਾ ਹੋ ਜਾਂਦੀ ਹੈ। ਔਰ ਇਹਦੇ ਵਿੱਚ ਅਸੀਂ ਪਿਛਲੀ ਵਾਰ ਭਗਤ ਫਰੀਦ ਜੀ ਦੇ ਬਾਰੇ ਅਸੀਂ ਦੇਖਿਆ ਸੀ, ਇਸ ਵਾਰ ਅਸੀਂ ਭਗਤ ਰਵਿਦਾਸ ਜੀ ਦੇ ਬਾਰੇ ਅਸੀਂ ਦੇਖਾਂਗੇ। ਰਵਿਦਾਸ ਜੀ ਦਾ ਜਨਮ ਬਨਾਰਸ ਵਿੱਚ ਹੋਇਆ, ਔਰ ਸਾਡੇ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੇ ਅਗਰ ਪਤਾ ਨਹੀਂ, ਸ਼ਾਇਦ ਮੈਂ ਗਲਤੀ ਨਹੀਂ ਕਰ ਰਹੀ ਹਾਂ, ਤਾਂ ਸ਼ਾਇਦ 40 ਸ਼ਬਦ ਉਹਨਾਂ ਦੇ ਰਵਿਦਾਸ ਜੀ ਦੇ ਸਾਡੀ ਬਾਣੀ ਦੇ ਵਿੱਚ ਦਰਜ ਨੇ। ਤੇ ਰਵਿਦਾਸ ਜੀ ਜਿੰਨੇ ਵੀ ਭਗਤ ਹੋਏ ਨੇ, ਉਸ ਟਾਈਮ ਤੇ ਅੰਧ ਵਿਸ਼ਵਾਸ ਇੰਨਾ ਜ਼ਿਆਦਾ ਸੀ ਕਿ ਲੋਕੀ ਅੰਧ ਵਿਸ਼ਵਾਸ ਤੇ ਬਹੁਤ ਜ਼ਿਆਦਾ ਉਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਉਹਦੇ ਤੇ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਨੇ ਇਹ ਸਾਰੀ ਚੀਜ਼ਾਂ ਦਾ ਖੰਡਨ ਕਰਕੇ ਜੋ ਸਭ ਤੋਂ ਉੱਚੇ, ਜੋ ਇੱਕ ਨਿਰੰਕਾਰ ਹੈ, ਉਹਨਾਂ ਨੇ ਭਗਤਾਂ ਨੇ ਉਸ ਨਿਰੰਕਾਰ, ਉਸ ਇੱਕ ਜੋਤ ਦੀ ਉਸਤਤ ਕੀਤੀ ਔਰ ਲੋਕਾਂ ਨੂੰ ਵੀ ਉਸ ਜੋਤ ਦੇ ਬਾਰੇ ਦੱਸਿਆ, ਉਸ ਸ਼ਕਤੀ ਦੇ ਬਾਰੇ ਦੱਸਿਆ। ਕਿਉਂਕਿ ਦੇਵੀ ਦੇਵਤਿਆਂ ਨੂੰ ਜਦੋਂ ਲੋਕੀ ਪੂਜਦੇ ਸੀ, ਤੇ ਪਰ ਭਗਤਾਂ ਨੇ ਦੱਸਿਆ ਕਿ ਵਿਅਕਤੀ ਔਰ ਸ਼ਕਤੀ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਕਿਹਾ ਸੀ, ਵਿਅਕਤੀ ਔਰ ਸ਼ਕਤੀ ਇਹ ਦੋ ਅਲੱਗ ਚੀਜ਼ਾਂ ਹੁੰਦੀਆਂ ਨੇ। ਜੋ ਨਿਰੰਕਾਰ ਹੁੰਦਾ ਉਹਦਾ ਕੋਈ ਆਕਾਰ ਨਹੀਂ ਹੁੰਦਾ। ਤੇ ਭਗਤਾਂ ਨੇ ਨਿਰੰਕਾਰ ਦੇ ਬਾਰੇ ਲੋਕਾਂ ਨੂੰ ਵੀ ਨਿਰੰਕਾਰ ਦੇ ਬਾਰੇ ਉਹਨਾਂ ਨੇ ਗਿਆਨ ਦਿੱਤਾ। ਉਹਨਾਂ ਨੇ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਚ ਵੀ ਨਿਰੰਕਾਰ ਦੇ ਬਾਰੇ ਸਾਨੂੰ ਬਾਬਾ ਜੀ ਨੇ, ਸਾਡੇ ਗੁਰੂਆਂ ਨੇ ਸਾਨੂੰ ਨਿਰੰਕਾਰ ਦੇ ਬਾਰੇ ਦੱਸਿਆ ਹੈ ਕਿ ਨਿਰੰਕਾਰ ਹੀ ਇੱਕ ਸ਼ਕਤੀ ਹੈ ਜੋ ਕਿ ਸਾਰਿਆਂ ਨਾਲੋਂ ਉੱਚੀ ਹੈ। ਔਰ ਸਾਨੂੰ ਗੁਰੂਆਂ ਨੇ ਕਿਹਾ ਹੈ ਕਿ ਅਸੀਂ ਉਸੇ ਨਿਰੰਕਾਰ ਦੀ ਅਸੀਂ ਆਰਾਧਨਾ ਕਰਨੀ ਹੈ, ਉਹਦੀ ਉਸਤਤ ਕਰਨੀ ਹੈ। ਇਹਦੇ ਚ ਇੱਕ ਰਵਿਦਾਸ ਜੀ ਦਾ ਇੱਕ ਸ਼ਲੋਕ ਹੈਗਾ ਹੈ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਗੇ ਸਤ ਭਾਖੈ ਰਵਿਦਾਸ। ਰਵਿਦਾਸ ਜੀ ਨੇ ਜਦੋਂ ਕੋਈ ਚੀਜ਼ ਨੂੰ ਅਸੀਂ ਪੂਰੀ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਚ ਤੇ ਪਹਿਲੇ ਅੰਗ ਤੋਂ ਲੈ ਕੇ ਅਖੀਰ ਤੱਕ 1430 ਅੰਗ ਪੂਰੀ ਸੱਚਾਈ ਹੈ। ਪਰ ਜਦੋਂ ਕਿਸੇ ਭਗਤਾਂ ਨੇ
ਭਗਤਾਂ ਨੇ ਜਾਂ ਜਦੋਂ ਗੁਰੂ ਗ੍ਰੰਥ ਸਾਹਿਬ ਚ ਵੀ ਕਈ ਵਾਰ ਹੈ ਕਿ ਮੈਂ ਸੱਚ ਕਹਿ ਰਿਹਾ, ਇਹਦਾ ਮਤਲਬ ਉਹ ਐਮਫਸਾਈਜ਼ ਕਰ ਰਹੇ ਨੇ ਕਿ ਜਿਨ੍ਹਾਂ ਨੇ ਸਾਰਾ ਕੁਝ ਛੱਡ ਕੇ ਇੱਕ ਹਰੀ ਨੂੰ ਧਿਆਇਆ ਹੈ, ਅਗਰ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਧਿਆਉਂਦੇ ਨੇ ਤੇ ਨਰ ਦੋਜਕ ਜਾਏਂਗੇ। ਸਤ ਭਾਗ ਰਵਿਦਾਸ ਜੀ ਕਹਿੰਦੇ ਨੇ ਕਿ ਜੋ ਉਸ ਇੱਕ ਪਰਮਾਤਮਾ, ਇੱਕ ਅਕਾਲ ਪੁਰਖ, ਇੱਕ ਸ਼ਕਤੀ ਨੂੰ ਛੱਡ ਕੇ ਅਗਰ ਕੋਈ ਵੀ ਵਿਅਕਤੀ ਅਗਰ ਕਿਸੇ ਹੋਰ ਨੂੰ ਧਿਆਉਂਦਾ ਹੈ ਤੇ ਉਹ ਨਰਕ ਵਿੱਚ ਜਾਏਗਾ। ਇਹ ਰਵਿਦਾਸ ਜੀ ਦਾ ਸ਼ਲੋਕ ਹੈ। ਔਰ ਬਾਣੀ ਚ ਇਹ ਵੀ ਆਉਂਦਾ ਹੈ, ਸੱਚ ਕਹੋ ਸੁਨ ਲੇਵ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਭਗਤਾਂ ਦੀ ਅਵਸਥਾ ਤੇ ਇੰਨੀ ਉੱਚੀ ਸੀ ਕਿ ਇੱਥੇ ਵੀ ਦੇਖੋ ਸੱਚ ਦਾ ਆਇਆ, ਐਮਫਸਾਈਜ਼ ਕੀਤਾ ਹੈ ਕਿ ਇੱਕ ਪ੍ਰੇਮ ਹੈ ਪ੍ਰਭੂ ਦੇ ਨਾਲ, ਇੱਕ ਪ੍ਰੇਮ ਹੈ ਕਿ ਜਿਨੇ ਉਹਨੂੰ ਅਟੂਟ ਪ੍ਰੇਮ ਕਰ ਲਿਆ ਹੈ ਉਹਨੇ ਹੀ ਰੱਬ ਦੀ ਪ੍ਰਾਪਤੀ ਕੀਤੀ ਹੈ। ਰਵਿਦਾਸ ਜੀ ਦਾ ਜਨਮ ਬਨਾਰਸ ਚ ਹੋਇਆ ਤੇ ਉਹਨਾਂ ਚ ਸ਼ੁਰੂ ਤੋਂ ਹੀ ਉਹਨਾਂ ਦਾ ਭਗਤੀ ਦਾ ਭਾਵ ਸੀ। ਭਗਤੀ ਇੱਕ ਨਾਮ ਦਾ ਐਸਾ ਬੀਜ ਹੈ ਜੋ ਕਿ ਹੁਣ ਬੀਜ ਤੇ ਬੜੇ ਸਾਰੇ ਹੁੰਦੇ ਨੇ, ਹੁਣ ਬੀਜ ਨੂੰ ਵੀ ਉਹੀ ਪੂਰੀ ਕਲਾਈਮੇਟ ਉਹਦੀ ਉਸ ਤਰ੍ਹਾਂ ਦੀ ਉਹਨੂੰ ਜ਼ਮੀਨ ਚਾਹੀਦੀ ਆ, ਉਸ ਤਰ੍ਹਾਂ ਦੇ ਜ਼ਮੀਨ ਦੇ ਵਿੱਚ ਉਸ ਤਰ੍ਹਾਂ ਦੇ ਤੱਤਵ ਚਾਹੀਦੇ ਆ ਉਹਨੂੰ ਫਰਟੀਲਾਈਜ਼ ਹੋਣ ਵਾਸਤੇ। ਇਸ ਲਈ ਭਗਤੀ ਵੀ ਇੱਕ ਨਾਮ ਬੀਜ ਹੈ, ਇੱਕ ਵਾਹਿਗੁਰੂ ਦੇ ਨਾਮ ਦਾ ਭਗਤੀ ਇੱਕ ਐਸਾ ਬੀਜ ਹੈ ਕਿ ਬਾਬਾ ਜੀ ਨੇ ਤੇ ਉਹ ਸਾਰਿਆਂ ਨੂੰ ਦਿੱਤਾ ਹੋਇਆ ਹੈ, ਪਰ ਜਿਸ ਮਨ ਦੇ ਵਿੱਚ ਭਾਵਨਾ, ਗਿਆਨ ਔਰ ਤਿਆਗ, ਜਿਸ ਦੇ ਵਿੱਚ ਇਹ ਆ ਜਾਂਦਾ, ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਮਨ ਨੂੰ ਆਪਣਾ, ਇਹਦੇ ਮਨ ਦੇ ਵਿੱਚ ਨਾਮ ਦੇ ਨਾਮ ਦਾ ਬੀਜ ਪਾ ਔਰ ਉਹਦੀ ਕਿਰਸਾਣੀ ਕਰਨੀ ਹੈ। ਉਹਦੇ ਉੱਤੇ ਤੂੰ ਸਬਰ, ਸੰਤੋਖ, ਤਿਆਗ, ਇਸ ਤਰ੍ਹਾਂ ਦੇ ਉਹਦੇ ਉੱਤੇ ਉਹਦੀ ਕਿਰਸਾਣੀ ਕਰ ਤਾਂ ਕਿ ਉਹ ਪ੍ਰਫੁੱਲਿਤ ਹੋ ਸਕੇ। ਤੇ ਇਸ ਲਈ ਜੋ ਭਗਤੀ ਇੱਕ ਵਾਹਿਗੁਰੂ ਦੇ ਨਾਮ ਦਾ ਐਸਾ ਬੀਜ ਹੈ ਕਿ ਜਿਹਦੇ ਮਨ ਦੇ ਅੰਦਰ ਉਹ ਹਰ ਇੱਕ ਵਾਹਿਗੁਰੂ ਨੇ ਸਾਰਿਆਂ ਨੂੰ ਦਿੱਤਾ ਹੈ, ਬਾਬਾ ਜੀ ਨੇ ਸਾਰਿਆਂ ਨੂੰ ਦਿੱਤਾ, ਪਰ ਜਿਹਦੇ ਮਨ ਦੇ ਵਿੱਚ ਭਾਵਨਾ, ਗਿਆਨ ਔਰ ਇਹ ਆ ਜਾਂਦੀ ਹੈ, ਜਿਹਨੂੰ ਗਿਆਨ, ਜਿਹਨੂੰ ਸੋਝੀ ਮਿਲ ਜਾਂਦੀ ਹੈ ਕਿ ਵਾਹਿਗੁਰੂ ਇੱਕ ਨਿਰੰਕਾਰ ਹੈ, ਤੇ ਇਹ ਉਹਦੇ ਮਨ ਦੇ ਵਿੱਚ ਪ੍ਰਫੁੱਲਿਤ ਹੁੰਦਾ ਹੈ, ਇਹ ਭਗਤੀ ਨਾਮ ਦਾ ਬੀਜ। ਔਰ ਜਦੋਂ ਕਿਸੇ ਦੇ ਹਿਰਦੇ ਦੇ ਵਿੱਚ ਭਗਤੀ ਨਾਮ ਦਾ ਬੀਜ ਜਦੋਂ ਪ੍ਰਫੁੱਲਿਤ ਹੋ ਜਾਂਦਾ ਹੈ, ਜਿਸ ਤਰ੍ਹਾਂ ਸਾਡੇ ਭਗਤਾਂ ਨੂੰ ਭਗਤੀ ਦੇ ਨਾਮ ਦਾ ਬੀਜ ਉਹਨਾਂ ਦੇ ਜਦੋਂ ਮਨ ਦੇ ਅੰਦਰ ਪਿਆ ਤੇ ਜਦੋਂ ਪ੍ਰਫੁੱਲਿਤ ਹੋਇਆ, ਜਦੋਂ ਕਿਸੇ ਧਰਤੀ ਦੇ ਵਿੱਚ ਅਸੀਂ ਜਦੋਂ ਬੀਜ ਪਾਉਂਦੇ ਹਾਂ ਔਰ ਜਦੋਂ ਉਹਨੂੰ ਕਲਾਈਮੇਟ ਕੰਡੀਸ਼ਨਸ ਉਹਨੂੰ ਏਦਾਂ ਦੀਆਂ ਮਿਲੀਆਂ, ਉਹਨੂੰ ਰੋਜ਼ ਅਸੀਂ ਪਾਣੀ ਪਾਈਏ ਤੇ ਉਹ ਬੀਜ ਫਿਰ ਫੁੱਟ ਕੇ ਜ਼ਮੀਨ ਤੋਂ ਬਾਹਰ ਆਉਣ ਲੱਗ ਪੈਂਦਾ ਹੈ। ਤੇ ਜਦੋਂ ਬਾਹਰ ਆਉਣ ਲੱਗਦਾ, ਜਦੋਂ ਬੀਜ ਧਰਤੀ ਫਾੜ ਕੇ ਜਦੋਂ ਉਹਦੇ ਅੰਦਰ ਬਾਹਰ ਨਿਕਲਦਾ, ਉਹਦੇ ਛੋਟੇ ਛੋਟੇ ਪੱਤੇ ਨਿਕਲਦੇ ਨੇ, ਤੇ ਫਿਰ ਸਾਰਿਆਂ ਦੀ ਨਜ਼ਰ ਉਹਦੇ ਤੇ ਜਾਂਦੀ ਹੈ, ਕੁਝ ਲੋਕਾਂ ਦੀ ਨਜ਼ਰ ਜਾਂਦੀ ਹੈ, ਕਿਉਂਕਿ ਪੌਦਾ ਬੜਾ ਛੋਟਾ ਹੁੰਦਾ ਹੈ। ਔਰ ਜਿਸ ਤਰ੍ਹਾਂ ਪੌਦਾ ਵੱਡਾ ਹੁੰਦਾ ਹੈ ਤੇ ਸਾਰਿਆਂ ਦੀ ਨਿਗਾਹਾਂ ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸੇ ਤਰ੍ਹਾਂ ਰਵਿਦਾਸ ਜੀ ਬਨਾਰਸ ਦੇ ਵਿੱਚ ਇਹਨਾਂ ਦੇ ਜਨਮ ਤੋਂ ਹੀ ਇਹਨਾਂ ਦੇ ਮਨ ਦੇ ਵਿੱਚ ਭਗਤੀ ਦਾ ਇਹਨਾਂ ਦਾ ਬੀਜ ਜਿਹੜਾ ਹੈ ਉਹ ਪ੍ਰਫੁੱਲਿਤ ਸੀਗਾ। ਤੇ ਜਦੋਂ ਵਾਹਿਗੁਰੂ ਦੇ ਨਿਰੰਕਾਰ ਉਹ ਜਦੋਂ ਭਗਤੀ ਕਰਦੇ ਗਏ ਤੇ ਉਹ ਫਿਰ ਬੀਜ ਪ੍ਰਫੁੱਲਿਤ ਹੋਣ ਲੱਗ ਗਿਆ। ਇੱਕ ਵਾਰੀ ਕੀ ਹੋਇਆ ਕਿ ਉੱਥੇ ਇੱਕ ਪੰਡਤਾਂ ਦਾ ਗਰੁੱਪ ਗੰਗਾ ਇਸ਼ਨਾਨ ਲਈ ਜਾ ਰਿਹਾ ਸੀ ਤੇ ਉਹਨਾਂ ਨੇ ਰਸਤੇ 'ਚ ਇੱਕ ਪੰਡਿਤ ਦਾ ਕਿਉਂਕਿ ਭਗਤ ਜੋ ਰਵਿਦਾਸ ਜੀ ਸੀਗੇ ਇਹ ਬਾਏ ਬਰਥ ਇਹ ਚਮਾਰ ਸੀ, ਇਹਨਾਂ ਦੇ ਕੰਮ ਸੀਗਾ ਜਿਹੜੇ ਜਾਨਵਰ ਮਰ ਜਾਂਦੇ ਸੀ ਉਹਨਾਂ ਦੀ ਖਾਲ ਉਤਾਰਨੀ, ਉਹਨੂੰ ਧੋਣਾ, ਉਹਨੂੰ ਸੁਕਾਉਣਾ ਔਰ ਉਹਨਾਂ ਦੇ ਸ਼ੂਜ਼ ਬਣਾਉਣੇ। ਤੇ ਇਹ ਮੋਚੀ ਸੀਗੇ ਤੇ ਜਦੋਂ ਇਹ ਪੰਡਿਤ ਦੇ ਜਾ ਰਹੇ ਸੀ ਗੰਗਾ ਇਸ਼ਨਾਨ ਲਈ ਜਾ ਰਹੇ ਸੀ ਤੇ ਪਰ ਜੋ ਮੋਚੀਆਂ ਦੇ ਉਸ ਜ਼ਮਾਨੇ 'ਚ ਤੇ ਜਾਤ ਪਾਤ ਵੀ ਬਹੁਤ ਹੁੰਦੀ ਸੀ ਤੇ ਪੰਡਿਤ ਉੱਚੇ ਮੰਨੇ ਜਾਂਦੇ ਸੀ ਤੇ ਇੱਕ ਪੰਡਿਤ ਕਿ ਦੂਰੋਂ ਹੀ, ਕਿਉਂਕਿ ਚਮਾਰ ਤੋਂ ਉਹ ਦੂਰੋਂ ਦੀ ਡਿਸਟੈਂਸ ਰੱਖਦੇ ਹੁੰਦੇ, ਛੋਟੀ ਜਾਤ ਤੋਂ ਡਿਸਟੈਂਸ ਰੱਖਦੇ ਹੁੰਦੇ ਸੀ ਪੰਡਿਤ ਕਿ ਅਗਰ ਸਾਨੂੰ ਟੱਚ ਵੀ ਹੋ ਜਾਣਗੇ ਨਾ ਤੇ ਅਸੀਂ ਪਵਿੱਤਰ ਨਹੀਂ ਰਵਾਂਗੇ।
ਤੇ ਜਦੋਂ ਇੱਕ ਪੰਡਿਤ ਦੀ ਜੁੱਤੀ ਟੁੱਟ ਗਈ ਤੇ ਉਹਨੇ ਬੜੀ ਦੂਰੋਂ ਦੀ ਏਦਾਂ ਰਵਿਦਾਸ ਜੀ ਦੇ ਵੱਲ ਜੁੱਤੀ ਸੁੱਟੀ ਔਰ ਕਿਹਾ ਕਿ ਇਹ ਗੰਢ ਦੇ। ਪਰ ਉਹ ਇੰਨੇ ਨੀਵੇਂ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਦੀ ਜੁੱਤੀ ਗੰਢੀ ਔਰ ਵਾਪਸ ਦਿੱਤੀ ਤੇ ਪੰਡਿਤ ਨੇ ਕਿਹਾ ਕਿ ਤੁਹਾਡੇ ਕਿੰਨੇ ਪੈਸੇ ਹੋ ਗਏ? ਤੇ ਉਹਨਾਂ ਨੇ ਕਿਹਾ ਤੁਸੀਂ ਗੰਗਾ ਇਸ਼ਨਾਨ ਲਈ ਜਾ ਰਹੇ ਹੋ ਤੇ ਮੈਂ ਤੁਹਾਡੇ ਕੋਲ ਪੈਸੇ ਨਹੀਂ ਲੈ ਸਕਦਾ, ਪਰ ਤੁਹਾਨੂੰ ਬਦਲੇ 'ਚ ਮੇਰਾ ਇੱਕ ਕੰਮ ਕਰਨਾ ਪਏਗਾ। ਤੇ ਪੰਡਿਤ ਜੀ ਨੇ ਕਿਹਾ, ਕਹਿੰਦੇ ਠੀਕ ਹੈ, ਤੁਸੀਂ ਸਾਡੇ ਕੋਲ ਪੈਸੇ ਨਹੀਂ ਲੈ ਰਹੇ, ਦੱਸੋ ਤੁਹਾਡਾ ਕੀ ਕੰਮ ਹੈ? ਉਹਨਾਂ ਨੇ ਇੱਕ ਧੇਲਾ ਆਪਣੇ ਉਹਦੇ ਚੋਂ ਕੱਢਿਆ, ਆਪਣੇ ਜਿੱਥੇ ਵੀ ਉਹ ਪੈਸੇ ਰੱਖਦੇ ਸੀ ਉੱਥੋਂ ਦੀ ਇੱਕ ਧੇਲਾ ਕੱਢਿਆ। ਕਹਿੰਦੇ ਤੁਸੀਂ ਗੰਗਾ ਇਸ਼ਨਾਨ ਲਈ ਜਾ ਰਹੇ ਹੋ ਤੇ ਤੁਸੀਂ ਇਹ ਗੰਗਾ ਮਈਆ ਤੇ ਉੱਥੇ ਤੁਸੀਂ ਚੜਾ ਦਿਓ, ਪਰ ਮੇਰੀ ਸ਼ਰਤ ਹੈ, ਤੁਸੀਂ ਅਗਰ ਗੰਗਾ ਮਈਆ ਉਹਨਾਂ ਨੂੰ ਤੁਸੀਂ ਕਹੋਗੇ, ਅਗਰ ਉਹ ਪ੍ਰਕਟ ਹੋ ਕੇ ਤੁਹਾਡੇ ਕੋਲ ਲੈਣਗੇ ਤੇ ਤੁਸੀਂ ਤਾਂ ਹੀ ਦੇਣਾ, ਨਹੀਂ ਤੇ ਤੁਸੀਂ ਮੇਰਾ ਧੇਲਾ ਵਾਪਸ ਲੈਣਾ। ਪਰ ਉਹ ਕਹਿੰਦੇ ਠੀਕ ਹੈ। ਉਹ ਚਲੇ ਜਾਂਦੇ ਨੇ। ਜਦੋਂ ਉੱਥੇ ਸਾਰੇ ਪੰਡਿਤ ਪਹੁੰਚਦੇ ਨੇ, ਉੱਥੇ ਇਸ਼ਨਾਨ ਕਰਦੇ ਨੇ, ਤੇ ਉਹ ਪੰਡਿਤ ਜੀ ਬਾਕੀਆਂ ਨੂੰ ਕਹਿੰਦੇ ਕਿ ਤੁਸੀਂ ਚੱਲੋ। ਉਹ ਕਿਉਂਕਿ ਪੰਡਿਤ ਸੀ, ਥੋੜਾ ਉਹਨਾਂ 'ਚ ਇਮਾਨਦਾਰੀ ਸੀਗੀ, ਤੇ ਉਹ ਕਹਿੰਦੇ ਕਿ ਉਹ ਰਵਿਦਾਸ ਜੀ ਦਾ ਇੱਕ ਧੇਲਾ ਹੈਗਾ, ਤੇ ਉਹਨਾਂ ਨੇ ਉਹ ਕਹਿੰਦੇ ਤੁਸੀਂ ਚੱਲੋ, ਮੈਂ ਆਣਾ। ਮੈਂ ਵੀ ਸੱਚੇ ਹੋਣਾ, ਕਿਉਂਕਿ ਵਾਪਸੀ 'ਚ ਰਵਿਦਾਸ ਜੀ ਦੇ ਨਾਲ ਮੇਰੀ ਮੁਲਾਕਾਤ ਹੋਏਗੀ ਤੇ ਮੈਂ ਉਹਨਾਂ ਨੂੰ ਕੀ ਬੋਲਾਂਗਾ ਕਿ ਮੈਂ ਝੂਠ ਬੋਲਣਾ ਪਏਗਾ। ਤੇ ਇਸ ਲਈ ਉਹ ਵਾਪਸ ਗੰਗਾ ਨਦੀ ਦੇ ਕੋਲ ਜਾਂਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਗੰਗਾ ਮਈਆ, ਇਹ ਰਵਿਦਾਸ ਜੀ ਨੇ ਇੱਕ ਧੇਲਾ ਦਿੱਤਾ। ਪਰ ਜਦੋਂ ਉੱਥੇ ਉਹਨਾਂ ਦਾ ਉਹ ਇੱਕਦਮ ਉਹ ਹੈਰਾਨ ਹੋ ਜਾਂਦੇ ਨੇ ਕਿ ਉੱਥੋਂ ਦੀ ਇੱਕ ਹੱਥ ਨਿਕਲਦਾ ਔਰ ਉਹ ਕਹਿੰਦੇ ਲਿਆਓ ਮੇਰੇ ਭਗਤ ਦਾ ਮੈਨੂੰ ਦਵੋ, ਧੇਲਾ ਦਵੋ। ਤੇ ਉਹ ਦਿੰਦੇ, ਬਹੁਤ ਹੈਰਾਨ ਹੁੰਦੇ ਨੇ। ਔਰ ਜਦੋਂ ਉਹ ਕਹਿੰਦੇ ਤੂੰ ਮੇਰੇ ਭਗਤ ਲਈ ਪ੍ਰਸ਼ਾਦ ਲੈ ਜਾਓ, ਵਾਪਸੀ 'ਚ ਮੇਰੇ ਭਗਤ ਵਾਸਤੇ ਪ੍ਰਸ਼ਾਦ ਲੈ ਜਾਓ। ਔਰ ਇੱਕ ਉਹ ਬਹੁਤ ਸੁੰਦਰ ਕੰਗਨ ਉਹਨੂੰ ਦਿੰਦੇ ਨੇ ਪੰਡਿਤ ਨੂੰ ਕਿ ਇਹ ਮੇਰੇ ਇਹ ਭਗਤ ਨੂੰ ਦੇ ਦੇਣਾ। ਪਰ ਉਹ ਇੰਨਾ ਖੂਬਸੂਰਤ ਸੋਨੇ ਦਾ ਹੀਰੇ ਜੜਿਤ ਕੰਗਨ ਹੁੰਦਾ ਹੈ, ਪਰ ਉਹਦੀ ਨੀਅਤ ਫਿਰ ਜਾਂਦੀ ਹੈ ਪੰਡਿਤ ਦੀ। ਤੇ ਪੰਡਿਤ ਆਪਣੇ ਉਹਨਾਂ ਨੂੰ ਦੇਣ ਦੀ ਬਜਾਏ, ਰਵਿਦਾਸ ਜੀ ਨੂੰ ਦੇਣ ਦੀ ਬਜਾਏ, ਉਹ ਆਪਣੇ ਘਰ ਲੈ ਜਾਂਦਾ ਔਰ ਆਪਣੀ ਪੰਡਤਾਈਨ ਨੂੰ ਕੰਗਨ ਪਵਾ ਦਿੰਦਾ। ਜਦੋਂ ਪੰਡਤਾਈਨ ਨੂੰ ਕੰਗਨ ਪਵਾ ਦਿੰਦਾ ਹੈ, ਹੁਣ ਜਿਸ ਤਰ੍ਹਾਂ ਅਸੀਂ ਕੋਈ ਨਵੀਂ ਚੀਜ਼ ਲੈਂਦੇ ਹਾਂ ਤੇ ਅਸੀਂ ਸਾਰਿਆਂ ਨੂੰ ਦਿਖਾਉਂਦੇ ਹਾਂ ਕਿ ਸਾਡੇ ਸਾਰੀ ਵਾਈ ਹੋਏਗੀ। ਤੇ ਪੰਡਤਾਈਨ ਨੇ ਵੀ ਕੰਗਨ ਦਿਖਾਇਆ ਔਰ ਕਹਿੰਦੇ ਕਿ ਉੱਥੇ ਤੇ ਸ਼ੋਰ ਮਚ ਗਿਆ। ਰਾਣੀ ਨੂੰ ਜਾ ਕੇ ਦੱਸਿਆ ਉਹਦੀ ਦਾਸੀਆਂ ਨੇ ਕਿ ਤੁਹਾਡੇ ਕੋਲ ਤੇ ਉਹੋ ਜਿਹਾ ਕੰਗਨ ਹੈ ਨਹੀਂ, ਉਹ ਪੰਡਤ ਦੀ ਵਹੁਟੀ ਦੇ ਕੋਲ, ਪੰਡਤਾਈਨ ਕੋਲ ਇੱਕ ਐਸਾ ਕੰਗਨ ਹੈ। ਰਾਣੀ ਨੇ ਰਾਜਾ ਨੂੰ ਕਿਹਾ, ਕਹਿੰਦੇ ਮੈਨੂੰ ਉਹ ਕੰਗਨ ਚਾਹੀਦਾ। ਕੰਗਨ ਆ ਗਿਆ ਉੱਥੇ। ਤੇ ਪੰਡਿਤ ਨੂੰ ਪੁੱਛਿਆ ਕਿ ਰਾਣੀ ਨੇ ਕਿਹਾ ਇੱਕ ਕੰਗਨ ਮੇਰੇ ਹੱਥ 'ਚ ਅੱਛਾ ਨਹੀਂ ਲੱਗਦਾ, ਮੈਨੂੰ ਦੂਸਰਾ ਕੰਗਨ ਵੀ ਚਾਹੀਦਾ। ਤੇ ਜਦੋਂ ਦੂਸਰਾ ਕੰਗਨ ਦੀ ਗੱਲ ਆਈ ਤੇ ਹੁਣ ਉਹ ਕਿਸੇ ਨੇ ਬਣਵਾਇਆ ਹੋਏਗਾ ਤਾਂ ਹੀ ਸੁਨਾਰ ਦਾ ਪਤਾ ਹੋਏਗਾ। ਤੇ ਜਦੋਂ ਦੂਸਰੇ ਕੰਗਨ ਦੀ ਗੱਲ ਹੈ, ਉਹ ਕਹਿੰਦੇ ਜੀ ਇਸ ਤਰ੍ਹਾਂ ਦਾ ਦੂਸਰਾ ਕੰਗਨ ਬਣਵਾ ਕੇ ਦੋ। ਤੇ ਪੰਡਿਤ ਜੀ ਹੁਣ ਫਸ ਗਏ ਸੀ, ਕਿਉਂਕਿ ਉਹਨਾਂ ਨੇ ਤੇ ਝੂਠ ਬੋਲਿਆ ਸੀ। ਉਹ ਵਾਪਸ ਰਵਿਦਾਸ ਜੀ ਦੇ ਕੋਲ ਗਏ। ਕਹਿੰਦੇ ਮੈਂ ਤੇ ਉਹਨਾਂ ਨੂੰ ਇਸ ਤਰ੍ਹਾਂ ਬੋਲਿਆ, ਉਹਨਾਂ ਨੇ ਸਾਰੀ ਗੱਲ ਦੱਸੀ। ਤੇ ਕਹਿੰਦੇ ਤੁਸੀਂ ਮੈਨੂੰ ਇੱਕ ਧੇਲਾ ਦੋ ਤਾਂ ਕਿ ਮੈਂ ਗੰਗਾ 'ਚ ਜਾ ਕੇ ਮੈਂ ਵਾਪਸ ਇੱਕ ਹੋਰ ਕੰਗਨ ਲੈ ਸਕਾਂ। ਪਰ ਜੋ ਭਗਤ ਹੁੰਦੇ ਨੇ, ਬਾਣੀ 'ਚ ਲਿਖਿਆ ਹੈ ਕਿ ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਤੇ ਜਦੋਂ ਭਗਤਾਂ ਦੇ ਵਸ, ਜਦੋਂ ਭਗਤੀ ਸੱਚੀ ਹੋਏ ਤੇ ਵਾਹਿਗੁਰੂ ਨੂੰ ਵੀ ਫਿਰ ਆਪਣੇ ਭਗਤਾਂ ਦੀ ਮੰਨਣੀ ਪੈਂਦੀ ਹੈ। ਉਹ ਕਹਿੰਦੇ, ਭਗਤ ਜੀ ਕਹਿੰਦੇ ਨੇ, ਰਵਿਦਾਸ ਜੀ ਕਹਿੰਦੇ ਗੰਗਾ ਜੀ ਜਾਣ ਦੀ ਲੋੜ ਨਹੀਂ ਹੈ। ਤੇ ਉਹ ਆਪਣੇ ਜਿਹਦੇ 'ਚ ਉਹਨਾਂ ਨੇ ਪਾਣੀ ਰੱਖਿਆ ਹੁੰਦਾ ਹੈ, ਜਦੋਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈਗਾ, ਜਦੋਂ ਕੋਈ ਮੋਚੀ ਜੋ ਕੰਮ ਕਰਦੇ ਆ, ਉਹਨਾਂ ਨੇ ਥੋੜਾ ਪਾਣੀ ਰੱਖਿਆ ਹੁੰਦਾ ਤਾਂ ਕਿ ਜਦੋਂ ਉਹ ਲੈਦਰ ਤੇ ਲਗਾਉਣ ਨੂੰ ਜਾਂ ਸ਼ੂਜ਼ ਜਾਂ ਧਾਗੇ ਨੂੰ ਥੋੜਾ ਗਿੱਲਾ ਕਰਨ ਵਾਸਤੇ ਜਦੋਂ ਗੰਢਦੇ ਨੇ ਤੇ ਉਹਦੇ ਵਾਸਤੇ ਪਾਣੀ ਚਾਹੀਦਾ ਹੁੰਦਾ। ਕਹਿੰਦੇ ਆ ਲੋਟੇ 'ਚ ਤੁਸੀਂ ਹੱਥ ਪਾਓ ਪਰ ਇੱਕੋ ਹੀ ਕੰਗਨ ਕੱਢਣਾ, ਗੰਗਾ ਇੱਥੇ ਆ ਜਾਏਗੀ। ਤੇ ਬੜੇ ਹੈਰਾਨ ਹੁੰਦੇ ਨੇ। ਜਦੋਂ ਉਹ ਕੱਢਦੇ ਨੇ ਤੇ ਉਹ ਜਾ ਕੇ ਫਿਰ ਰਾਜਾ ਨੂੰ ਸਾਰੀ ਗੱਲਾਂ ਦੱਸਦਾ ਹੈ। ਪੰਡਿਤ ਜਾ ਕੇ ਦੱਸਦਾ, ਕਹਿੰਦੇ ਇਸ ਤਰ੍ਹਾਂ ਭਗਤ ਜੀ ਨੇ ਉਹ ਤੇ ਗੰਗਾ ਨੂੰ ਇੱਥੇ ਬੁਲਾ ਲੈਂਦੇ ਨੇ। ਉਹਨਾਂ ਦੀ ਉਸ ਟਾਈਮ ਤੱਕ ਉਹਨਾਂ ਦੀ ਅਵਸਥਾ ਇਹ ਹੋ ਚੁੱਕੀ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਉਚਾਰਿਆ ਸ਼ਬਦ ਹੈਗਾ, ਤੋ ਹੀ ਮੋਹੇ ਅੰਤਰ ਕੈਸਾ,
ਉਹਨਾਂ ਦੀ ਅਵਸਥਾ ਔਰ ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਚੁੱਕੀ ਹੁੰਦੀ ਹੈ ਕਿ ਉਹਨਾਂ ਦੇ ਔਰ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਤੇ ਜਦੋਂ ਰਾਜਾ ਨੂੰ ਜਾ ਕੇ ਦੱਸਦਾ ਹੈ ਤੇ ਰਾਜਾ ਸਾਰੇ ਕਹਿੰਦੇ ਇੰਨੇ ਵੱਡੇ ਭਗਤ ਨੇ ਔਰ ਸਾਨੂੰ ਪਤਾ ਹੀ ਨਹੀਂ। ਔਰ ਉਹ ਜਦੋਂ ਜਾਂਦੇ ਨੇ ਉਹਨਾਂ ਨੂੰ ਬੁਲਾਉਂਦੇ ਨੇ ਔਰ ਉਹਨਾਂ ਦੀ ਬਹੁਤ ਮਾਣ ਇੱਜ਼ਤ ਹੁੰਦੀ ਹੈ। ਐਨੀ ਇੱਜ਼ਤ ਕਰਦੇ ਉਹਨਾਂ ਨੂੰ ਹਾਥੀ ਘੋੜਿਆਂ ਤੇ ਬਿਠਾਉਂਦੇ ਨੇ, ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ। ਤੇ ਉਦੋਂ ਰਵਿਦਾਸ ਜੀ ਨੇ ਇਹ ਵਾਲਾ ਸ਼ਬਦ ਉਚਾਰਿਆ ਸੀ, ਐਸੀ ਲਾਲ ਤੁਝ ਬਿਨ ਕੌਣ ਕਰੇ। ਉਹਨਾਂ ਚ ਇੰਨੀ ਨਿਮਰਤਾ ਸੀ, ਉਹਨਾਂ ਦੀ ਮਨ ਚ ਇੰਨੀ ਭਗਤੀ ਸੀ, ਪਰ ਫਿਰ ਵੀ ਉਹਨਾਂ ਨੇ ਬਿਲਕੁਲ ਵੀ ਉਹਨਾਂ ਚ ਮਾਣ ਨਹੀਂ ਆਇਆ, ਉਹਨਾਂ ਚ ਹੰਕਾਰ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਇਹ ਵੀ ਜੋ ਲੀਲਾ ਹੈ, ਮੈਂ ਚਮਾਰ, ਮੈਨੂੰ ਤੇ ਕੋਈ ਪੁੱਛਦਾ ਨਹੀਂ ਸੀ, ਅੱਜ ਮੈਨੂੰ ਹਾਥੀਆਂ ਤੇ ਬਿਠਾਇਆ ਜਾ ਰਿਹਾ ਹੈ, ਪਰ ਇਹ ਵੀ ਜੋ ਲੀਲਾ ਹੈ ਇਹ ਤੇ ਵਾਹਿਗੁਰੂ ਦੀ ਲੀਲਾ, ਇਹ ਮੈਨੂੰ ਹੀ ਉਹਨੇ ਇੰਨੀ ਇੱਜ਼ਤ ਬਖਸ਼ੀ ਹੈ ਕਿ ਮੈਨੂੰ ਹਾਥੀ ਤੇ ਬਿਠਾਇਆ, ਮੇਰੇ ਪਿੱਛੇ ਚਵਰ ਚੱਲ ਰਹੇ ਨੇ, ਤੇ ਇਹ ਵੀ ਵਾਹਿਗੁਰੂ ਦੀ ਮੇਰੇ ਉੱਤੇ ਇੰਨੀ ਕਿਰਪਾ ਹੈ। ਜਦੋਂ ਇੰਨੀ ਸਾਰੀ ਉਹਨਾਂ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਕਿ ਇਹ ਭਗਤ ਜੀ ਤੇ ਇੰਨੇ ਨਜ਼ਦੀਕ ਨੇ ਵਾਹਿਗੁਰੂ ਦੇ, ਤੇ ਇੰਨੇ ਰੱਬ ਦੇ ਇੰਨੇ ਨਜ਼ਦੀਕ ਨੇ, ਤੇ ਨਾਲ ਹੀ ਇੱਕ ਰਾਜਸਥਾਨ ਦਾ ਰਾਜਾ, ਉਹ ਜਦੋਂ ਉਹਨਾਂ ਦੀ ਚਰਚਾ ਸੁਣਦਾ ਕਹਿੰਦਾ ਇੰਨਾ ਵੱਡਾ ਭਗਤ ਹੈ ਔਰ ਉਹਨਾਂ ਨੂੰ ਗੁਰੂ ਰਾਜਾ ਨੇ ਬਣਾਇਆ, ਇਹਦਾ ਮਤਲਬ ਬੜੇ ਵੱਡੇ ਉਹ ਗੁਰੂ ਹੋਣਗੇ। ਉਹ ਵੀ ਜਾਂਦਾ ਹੈ, ਰਾਜਸਥਾਨ ਦਾ ਚਿਤੌੜ ਦਾ ਰਾਜਾ ਜਾਂਦਾ ਹੈ, ਕਹਿੰਦਾ ਮੈਂ ਉਹਨਾਂ ਗੁਰੂ ਦੇ ਦਰਸ਼ਨ ਕਰਨੇ ਨੇ। ਜਦੋਂ ਰਾਜਾ ਜਾਂਦਾ ਹੈ ਉਹਨਾਂ ਦੇ ਕੋਲ ਤੇ ਉਹ ਉਹਨਾਂ ਨੂੰ ਕਹਿੰਦੇ ਤੁਸੀਂ ਰੱਬ ਦੇ ਦਰਸ਼ਨ ਮੈਨੂੰ ਕਰਾ ਸਕਦੇ ਹੋ। ਤੇ ਰਵਿਦਾਸ ਜੀ ਇੰਨੇ ਨਜ਼ਦੀਕ ਹੋ ਚੁੱਕੇ ਹੁੰਦੇ ਨੇ ਵਾਹਿਗੁਰੂ ਦੇ ਕਿ ਉਹ ਕਹਿੰਦੇ ਰਾਜਨ ਤੁਸੀਂ ਕਿਆ ਹੁਣੇ ਦਰਸ਼ਨ ਕਰਨੇ ਨੇ। ਰਾਜਾ ਬੜਾ ਹੈਰਾਨ ਹੁੰਦਾ ਹੈ, ਕਹਿੰਦਾ ਉਹ ਸੋਚਦਾ ਹੈ, ਕਹਿੰਦੇ ਇਹ ਭਗਤ ਜੀ ਕਹਿ ਰਹੇ ਨੇ ਕਿ ਬਈ ਇਹ ਹੁਣੇ ਕਰਨੇ ਨੇ ਦਰਸ਼ਨ, ਇਹਦਾ ਮਤਲਬ ਕਿ ਜਿਸ ਤਰ੍ਹਾਂ ਇਹਨਾਂ ਦੇ ਲਾਗੇ ਹੀ ਬੈਠੇ ਨੇ। ਉਹ ਕਹਿੰਦੇ ਜੀ ਹਾਂਜੀ ਜੀ, ਤੁਸੀਂ ਮੈਨੂੰ ਹੁਣੇ ਦਰਸ਼ਨ ਕਰਾ ਦਿਓ। ਤੇ ਭਗਤ ਜੀ ਕਹਿੰਦੇ ਨੇ, ਭਗਤ ਜੀ ਉਹ ਜਿਹੜਾ ਉਹਨਾਂ ਕੋਲ ਪਾਣੀ ਹੁੰਦੀ ਹੈ, ਜਿਹੜਾ ਉਹ ਸ਼ੂਜ਼ ਬਣਾਉਣ ਵਾਸਤੇ ਯੂਜ਼ ਕਰਦੇ ਨੇ, ਉਹ ਕਹਿੰਦੇ ਉਸ ਤੋਂ ਪਹਿਲਾਂ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਕਰਨ ਤੋਂ ਪਹਿਲਾਂ, ਰੱਬ ਤੋਂ ਮਿਲਣ ਤੋਂ ਪਹਿਲਾਂ ਤੁਹਾਨੂੰ ਇਹ ਪ੍ਰਸ਼ਾਦ ਲੈਣਾ ਪਏਗਾ। ਉਹ ਇੱਕ ਚੁੱਲੀ ਭਰ ਕੇ ਜਲ ਦੀ, ਉਹ ਪਾਣੀ ਦੀ ਚੁੱਲੀ ਭਰ ਕੇ ਰਾਜਨ ਨੂੰ ਦਿੰਦੇ ਨੇ, ਕਹਿੰਦੇ ਇਹ ਪੀ ਲਓ। ਪਰ ਰਾਜਨ ਦੇ ਮਨ ਵਿੱਚ ਹੇਟਰਡ ਆ ਜਾਂਦੀ, ਕਹਿੰਦੇ ਇੰਨਾ ਗੰਦਾ ਪਾਣੀ, ਕਿਉਂਕਿ ਉਹ ਰਾਜਾ ਸੀ, ਪਰ ਕਹਿੰਦੇ ਇੰਨਾ ਗੰਦਾ ਪਾਣੀ ਮੈਂ ਕਿਸ ਤਰ੍ਹਾਂ ਪੀਵਾਂਗਾ। ਤੇ ਫਰੀਦ ਜੀ ਕਹਿੰਦੇ ਨੇ, ਕਹਿੰਦੇ ਇੱਕ ਅੱਧਾ ਦਮ ਲੱਗਦਾ ਹੈ ਵਾਹਿਗੁਰੂ ਦੇ ਨਾਲ ਸਾਡੀ ਬਿਰਥੀ ਜੁੜਨ ਵਾਸਤੇ, ਪਰ ਉਹ ਖੋ ਦਿੰਦੇ ਨੇ ਰਾਜਾ, ਉਹ ਮੋਮੈਂਟ ਜਿਹੜਾ ਹੁੰਦਾ ਹੈ ਉਹ ਖੋ ਦਿੰਦੇ ਨੇ, ਕਿਉਂਕਿ ਉਹਨਾਂ ਦੇ ਮਨ ਵਿੱਚ ਘਿਰਣਾ ਆ ਜਾਂਦੀ ਹੈ ਉਹ ਜਲ ਵੇਖ ਕੇ ਕਿ ਇੰਨਾ ਗੰਦਾ ਪਾਣੀ। ਤੇ ਉਹ ਜਦੋਂ ਪੀਣ ਲੱਗਦੇ, ਉਹ ਪ੍ਰਿਟੈਂਡ ਤੇ ਕਰਦੇ ਮੈਂ ਪੀ ਰਿਹਾ, ਪਰ ਉਹ ਗਿਰਾ ਲੈਂਦੇ ਨੇ ਕਿ ਉਹਨਾਂ ਦੀ ਸ਼ਰਟ ਦੇ ਉੱਤੇ ਜੋ ਉਹਨਾਂ ਨੇ ਕੱਪੜੇ ਪਾਏ ਹੁੰਦੇ ਨੇ ਉਹਦੇ ਉੱਤੇ ਗਿਰ ਜਾਂਦਾ, ਪਰ ਉਹ ਪਾਣੀ ਪੀਂਦੇ ਨਹੀਂ ਔਰ ਉਹ ਰਾਜਾ ਚਲਾ ਜਾਂਦਾ। ਭਗਤ ਜੀ ਕਹਿੰਦੇ ਨੇ, ਭਗਤ ਜੀ ਕੁਛ ਨਹੀਂ ਕਹਿੰਦੇ, ਚੁੱਪ ਰਹਿੰਦੇ ਨੇ। ਜਦੋਂ ਜ਼ਿਆਦਾ ਰਾਜਾ ਜਾ ਰਿਹਾ ਹੁੰਦਾ, ਰਾਜਾ ਕਹਿੰਦਾ ਅੱਛਾ ਹੋ ਗਿਆ, ਮੈਂ ਬਚ ਗਿਆ, ਮੈਨੂੰ ਤੇ ਇੰਨਾ ਗੰਦਾ ਪਾਣੀ ਪਿਲਾ ਰਹੇ ਸੀ, ਇਹ ਕਿੱਥੋਂ ਦੇ ਹੋਏ, ਇਹ ਤੇ ਮੈਨੂੰ ਇੱਥੇ ਕਹਿੰਦੇ ਸੀ ਮੈਂ ਰੱਬ ਦੇ ਦਰਸ਼ਨ ਕਰਾ ਦਾਂਗਾ, ਤੇ ਮੈਨੂੰ ਰੱਬ ਦੇ ਦਰਸ਼ਨ ਗੰਦਾ ਪਾਣੀ ਪਿਲਾ ਕੇ ਮੈਨੂੰ ਕਿਸ ਤਰ੍ਹਾਂ ਰੱਬ ਦੇ ਦਰਸ਼ਨ ਕਰਾ ਸਕਦੇ ਆ। ਤੇ ਰਸਤੇ ਦੇ ਵਿੱਚ ਰਾਜਾ ਕੀ ਕਰਦਾ, ਕਹਿੰਦਾ ਇੰਨੇ ਗੰਦੇ ਕੱਪੜੇ, ਕਿਉਂਕਿ ਉਹ ਚਮੜੇ ਦੇ ਪਾਣੀ ਦੇ ਦਾਗ ਆ ਜਾਂਦੇ ਨੇ ਉਹਨਾਂ ਦੇ ਕੱਪੜਿਆਂ ਦੇ ਵਿੱਚ, ਉਹ ਆਪਣੇ ਕੱਪੜੇ ਉਤਾਰ ਕੇ, ਆਪਣੇ ਕੱਪੜੇ ਵਸਤਰ ਚੇਂਜ ਕਰਕੇ ਉਹ ਉੱਥੇ ਹੀ ਦੇ ਦਿੰਦੇ ਨੇ, ਕਹਿੰਦੇ ਇਹ ਮੇਰੇ ਕੱਪੜੇ ਸੁੱਟ ਦਿੱਤੇ ਜਾਣ। ਤੇ ਉੱਥੇ ਕੱਪੜੇ ਸੁੱਟ ਦਿੰਦੇ, ਉੱਥੇ ਇੱਕ ਧੋਬੀ ਚੁੱਕ ਲੈਂਦਾ। ਧੋਬੀ ਨੂੰ ਜਦੋਂ ਪਤਾ ਚੱਲਦਾ ਹੈ, ਉਹਨਾਂ ਸਭ ਨੂੰ ਪਤਾ ਹੁੰਦਾ, ਜਦੋਂ ਰਾਜਾ ਆਉਂਦਾ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ ਨਾ ਕਿ ਰਾਜਾ ਆਇਆ, ਇਹ ਚੀਜ਼ ਘਟਨਾ ਰਾਜਾ ਦੇ ਨਾਲ ਹੋਈ ਹੈ। ਤੇ ਧੋਬੀ ਕੱਪੜੇ ਚੁੱਕ ਲੈਂਦਾ, ਘਰ ਜਾ ਕੇ ਆਪਣੀ ਘਰਵਾਲੀ ਨੂੰ ਦਿੰਦਾ, ਕਹਿੰਦਾ ਇਹ ਰਾਜਾ ਦੇ ਕੱਪੜੇ, ਇਹਨੂੰ ਅੱਛੀ ਤਰ੍ਹਾਂ ਧੋ ਲਾ, ਕਿਤੇ ਵਿਆਹ ਸ਼ਾਦੀ ਹੋਏਗੀ, ਮੈਂ ਰਾਜਾ ਦੇ ਕੱਪੜੇ ਪਾਵਾਂਗਾ, ਵਿਆਹ ਸ਼ਾਦੀ ਦੇਖਾਂਗੇ। ਤੇ ਜਿਹੜੀ ਧੋਬਨ ਨਾਲੇ ਉਹ ਦੱਸਦਾ ਹੈ ਕਿ ਏਦਾਂ ਹੋਇਆ, ਕਹਿੰਦੇ ਤੂੰ ਰਾਜਾ ਦੇ ਕੱਪੜੇ ਕਿਤੇ ਚੋਰੀ ਕਰਕੇ ਤੇ ਨਹੀਂ ਲੈ ਆਇਆ। ਪਰ ਉਹ ਫਿਰ ਸਾਰੀ ਘਟਨਾ ਦੱਸਦਾ ਧੋਬਨ ਨੂੰ। ਧੋਬਨ ਕੀ ਕਰਦੀ ਹੈ, ਜਦੋਂ ਕੱਪੜੇ ਧੋ ਰਹੀ ਹੁੰਦੀ ਹੈ, ਉਹ ਜਿਹੜੇ ਬਾਂਹ ਦੇ ਉੱਤੇ ਪਾਣੀ ਦੇ ਦਾਗ ਹੁੰਦੇ ਨੇ, ਧੋਂਦੇ ਧੋਂਦੇ ਉਹ ਗਿੱਲੇ ਹੋ ਜਾਂਦੇ ਆ, ਧੋਬਨ ਨੂੰ ਉਹ ਚੂਸ ਲੈਂਦੀ ਹੈ। ਜਿਸ ਤਰ੍ਹਾਂ ਹੀ ਧੋਬਨ ਚੂਸਦੀ ਹੈ,
ਉਹਨੂੰ ਰੱਬ ਦੀ ਸੋਚੀ ਪੈਂਦੀ ਹੈ, ਉਹਨੂੰ ਰੱਬ ਦੇ ਨਾਲ ਉਹਦੀ ਬਿਰਥੀ ਜੁੜਦੀ ਹੈ, ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਔਰ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਹੈ, ਜਿਸ ਤਰ੍ਹਾਂ ਉਹ ਫਿਰ ਉੱਥੇ ਚਰਚੇ, ਕਿਉਂਕਿ ਉਹ ਜਿਸ ਤਰ੍ਹਾਂ ਜਿਹਦੇ ਨਾਲ ਵੀ ਗੱਲ ਕਰਦੀ ਹੈ, ਗਿਆਨ ਦੀਆਂ ਗੱਲਾਂ ਕਰਦੀ ਹੈ, ਜੋ ਵੀ ਉਹ ਮੂੰਹ ਤੋਂ ਕਹਿੰਦੀ ਹੈ ਸੱਚ ਹੋ ਜਾਂਦਾ ਹੈ। ਤੇ ਉੱਥੇ ਸਭ ਫੈਲ ਜਾਂਦਾ ਕਿ ਉਹ ਧੋਬਨ ਹੈ, ਧੋਬਨ ਤੇ ਬੜੀ ਗਿਆਨੀ ਹੋ ਗਈ ਹੈ, ਧੋਬਨ ਤੇ ਜੋ ਮੂੰਹ ਤੋਂ ਕੱਢਦੀ ਹੈ ਉੱਥੇ ਤੇ ਸਭ ਸੱਚ ਹੋ ਜਾਂਦਾ। ਉਹ ਰਾਜਾ ਨੂੰ ਫਿਰ ਪਤਾ ਚੱਲਦਾ, ਕਹਿੰਦਾ ਧੋਬਨ ਧੋਬੀ ਨੇ ਕੱਪੜੇ ਲੈ ਕੇ ਗਿਆ ਸੀ, ਧੋਬਨ ਕੋ ਜਾਂਦਾ, ਕਹਿੰਦਾ ਤੂੰ ਇੰਨੀ ਗਿਆਨਵਾਨ ਹੈ, ਦੱਸ ਤੈਨੂੰ ਗੁਰੂ ਕੌਣ ਹੈ? ਧੋਬਨ ਦੱਸਦੀ ਹੈ, ਕਹਿੰਦੀ ਕਿਰਪਾ ਤੇ ਰਾਜਨ ਇਹ ਤੁਹਾਡੇ ਤੇ ਹੋਣੀ ਸੀ, ਪਰ ਤੁਸੀਂ ਉਹ क्षण ਗਵਾਤਾ। ਉਹ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕਰਤੀ, ਤੁਸੀਂ ਉਹ ਕੱਪੜੇ ਸੁੱਟਤੇ ਤੇ ਉਹ ਮੈਂ ਕੱਪੜੇ ਮੈਂ ਧੋਤੇ, ਮੈਂ ਇਸ ਤਰ੍ਹਾਂ ਕੀਤਾ ਤੇ ਉਹ ਵਾਹਿਗੁਰੂ ਦੀ ਬਖਸ਼ਿਸ਼ ਜੋ ਤੁਹਾਨੂੰ ਹੋਣੀ ਸੀ, ਉਹ ਵਾਹਿਗੁਰੂ ਦੀ ਬਖਸ਼ਿਸ਼ ਮੈਨੂੰ ਹੋ ਗਈ। ਰਾਜਾ ਬਹੁਤ ਪਛਤਾਉਂਦਾ ਹੈ। ਰਾਜਾ ਫਿਰ ਜਾਂਦਾ ਹੈ, ਰਵਿਦਾਸ ਜੀ ਦੇ ਕੋਲ ਜਾਂਦਾ, ਫਿਰ ਤੇ ਨੀਵਾਂ ਹੋ ਕੇ ਜਾਂਦਾ, ਕਹਿੰਦਾ ਰਵਿਦਾਸ ਜੀ ਮੈਨੂੰ ਤੇ ਤੁਸੀਂ ਉਹ ਜਲ ਪਿਆ ਦੋ। ਰਵਿਦਾਸ ਜੀ ਕਹਿੰਦੇ ਨੇ ਹੁਣ ਰਾਜੇ ਨੂੰ ਜਲ ਨਹੀਂ ਮਿਲੇਗਾ, ਕਿਉਂਕਿ ਉਸ ਟਾਈਮ ਮੈਂ ਜਲ ਆਪਣੀ ਕਮਾਈ ਚੋਂ ਦਿੱਤਾ ਸੀ, ਹੁਣ ਤੈਨੂੰ ਆਪਣੀ ਕਮਾਈ ਆਪੇ ਕਰਨੀ ਪਏਗੀ। ਫਿਰ ਔਰ ਉਹਨਾਂ ਨੂੰ ਇੱਕ ਉਹ ਕਹਿੰਦਾ ਸਤਨਾਮ ਹਰ ਭੋਗ ਤੁਹਾਰੇ, ਕਹਿੰਦੇ ਆਪਣੇ ਕਰਮਾਂ ਦਾ ਆਪਣੀ ਮੁਕਤੀ ਵਾਸਤੇ ਹਰ ਇੱਕ ਨੂੰ ਆਪ ਹੀ ਆਪਣੇ ਵਾਸਤੇ ਸਿਮਰਨ ਕਰਨਾ ਪੈਂਦਾ। ਭਜਨ ਬੰਦਗੀ ਹਰ ਇੱਕ ਨੂੰ ਆਪਣੇ ਵਾਸਤੇ ਖੁਦ ਹੀ ਕਰਨੀ ਪੈਂਦੀ ਹੈ। ਅਗਰ ਅਸੀਂ ਕਹੀਏ ਕਿ ਉਹਦਾ ਪਾਠ ਕੀਤਾ ਸਾਨੂੰ ਲੱਗ ਜਾਏਗਾ, ਪਰ ਐਦਾਂ ਨਹੀਂ। ਅਗਰ ਕਿਸੇ ਦੇ ਖਾਇਆ ਸਾਡਾ ਪੇਟ ਨਹੀਂ ਭਰਦਾ ਤੇ ਉਸੇ ਤਰ੍ਹਾਂ ਕਿਸੇ ਦੇ ਭਗਤੀ ਕੀਤੀ ਸਾਡਾ ਉਧਾਰ ਨਹੀਂ ਹੁੰਦਾ। ਸਾਨੂੰ ਆਪਣੇ ਹਿੱਸੇ ਦੀ ਨਾਮ ਸਿਮਰਨ ਬਾਣੀ ਸਾਨੂੰ ਆਪੇ ਹੀ ਭਗਤੀ ਕਰਨੀ ਪਏਗੀ। ਫਿਰ ਉਸ ਰਾਜਾ ਨੇ ਇੰਨੀ ਭਗਤੀ ਕੀਤੀ ਕਿ ਉਹ ਫਿਰ ਭਗਤ ਪੀਪਾ ਜੀ ਦੇ ਨਾਮ ਤੋਂ ਉਹ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਵੀ ਬਣੀ ਦਰਜ ਹੋਈ। ਉਹਨਾਂ ਨੇ ਇੰਨੀ ਭਗਤੀ ਕੀਤੀ। ਫਿਰ ਪੰਡਤਾਂ ਨੂੰ ਉਸ ਟਾਈਮ ਤੇ ਪੰਡਤ ਬੜੇ ਉਹ ਹੁੰਦੇ ਸੀ ਕਿ ਸਾਨੂੰ ਹੀ ਗਿਆਨ ਹੈ, ਸ਼ੂਦਰ ਨੂੰ ਕਿਸ ਤਰ੍ਹਾਂ ਗਿਆਨ, ਕਿਸ ਤਰ੍ਹਾਂ। ਉਹਨਾਂ ਸਾਰੇ ਪੰਡਤ ਬੜੇ ਨਾਰਾਜ਼ ਹੋ ਗਏ, ਕਹਿੰਦੇ ਰਾਜਾ ਕਿਸ ਤਰ੍ਹਾਂ ਇੱਕ ਸ਼ੂਦਰ ਨੂੰ ਆਪਣਾ ਗੁਰੂ ਧਾਰਨ ਕਰ ਸਕਦਾ। ਤੇ ਸਾਰੇ ਪੰਡਿਤ ਰਾਜਾ ਦੇ ਕੋਲ ਗਏ, ਕਹਿੰਦੇ 18 ਪੰਡਿਤ ਰਾਜਾ ਦੇ ਕੋਲ ਗਏ, ਕਹਿੰਦੇ ਕਿ ਰਾਜਨ ਤੁਸੀਂ ਉਹਨੂੰ ਬੁਲਾਓ ਜਿਹਨੂੰ ਤੁਸੀਂ ਆਪਣਾ ਗੁਰੂ ਧਾਰਨ ਕੀਤਾ, ਕਿਉਂਕਿ ਉਹ ਤੇ ਜਨਮ ਤੋਂ ਤੇ ਚਮਾਰ ਹੈ ਤੇ ਚਮਾਰ ਨੂੰ ਤੇ ਹੱਕ ਹੀ ਨਹੀਂ ਹੈ ਕਿ ਉਹ ਗਿਆਨ ਦੀਆਂ ਗੱਲਾਂ ਕਰ ਸਕੇ। ਕਿਉਂਕਿ ਉਸ ਟਾਈਮ 'ਚ ਸਿਰਫ ਵੇਦ ਸ਼ਾਸਤਰ ਪੜ੍ਹਨਾ ਸਿਰਫ ਪੰਡਤਾਂ ਨੂੰ ਹੀ ਹੱਕ ਹੁੰਦਾ ਸੀ। ਅਗਰ ਮੰਦਿਰ ਵਿੱਚ ਜਾਣਾ, ਅਗਰ ਕੋਈ ਕਿਸੇ ਚੀਜ਼ ਨੂੰ ਹੱਥ ਵੀ ਲੱਗ ਜਾਂਦਾ ਸੀ, ਈਵਨ ਜੋ ਨਦੀ 'ਚ ਜਾਂ ਪਾਣੀ 'ਚ ਇਸ਼ਨਾਨ ਵੀ ਕਰਦੇ ਸੀ ਤੇ ਉੱਚੀ ਜਗ੍ਹਾ ਤੇ ਜਾ ਕੇ ਪੰਡਤ ਇਸ਼ਨਾਨ ਕਰਦੇ ਸੀ। ਨੀਚੇ ਜਿੱਥੇ ਪਾਣੀ ਵਗਦਾ ਸੀ, ਨੀਚੇ ਵਾਲੀ ਜਗ੍ਹਾ ਤੇ ਉਹਨਾਂ ਨੂੰ ਜੋ ਲੋ ਕਾਸਟ ਲੋਕ ਸੀ, ਜਿਹੜੇ ਸ਼ੂਦਰ ਹੁੰਦੇ ਸੀ, ਉਹਨਾਂ ਨੂੰ ਹੁੰਦਾ ਸੀ ਕਿ ਤੁਸੀਂ ਉੱਥੇ ਇਸ਼ਨਾਨ ਕਰਨਾ ਹੈ। ਉਹਨਾਂ ਦੀ ਹੱਥ ਦੀ ਲੱਗੀ ਚੀਜ਼ ਵੀ ਪੰਡਤ ਕਹਿੰਦੇ ਸੀ ਕਿ ਮੈਲੀ ਹੋ ਗਈ ਆ, ਉਹਦੇ ਤੇ ਗੰਗਾ ਜਲ ਛਿੜਕਦੇ ਸੀ ਤਾਂ ਫਿਰ ਯੂਜ਼ ਕਰਦੇ ਸੀ। ਤੇ ਪੰਡਤ ਰਾਜਾ ਨੂੰ ਕਹਿੰਦੇ ਤੁਸੀਂ ਉਹਨਾਂ ਨੂੰ ਬੁਲਾਓ, ਅਸੀਂ ਉਹਨਾਂ ਦੇ ਨਾਲ ਵਿਚਾਰ ਕਰਨੀ ਹੈ, ਵਾਰਤਾਲਾਪ ਕਰਨੀ ਹੈ। ਰਾਜਾ ਕਹਿੰਦੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਜ਼ਰੂਰ, ਪਰ ਵਿਚਾਰ ਕਰਨੀ ਹੈ, ਤਰਕ ਨਹੀਂ ਕਰਨੀ, ਕਿਉਂਕਿ ਰਾਜਾ ਨੇ ਤੇ ਉਹਨਾਂ ਨੂੰ ਗੁਰੂ ਧਾਰਨ ਕਰ ਲਿਆ ਸੀ। ਇਸ ਲਈ ਰਾਜਾ ਕਹਿੰਦੇ ਤੁਸੀਂ ਉਹਨਾਂ ਨਾਲ ਵਿਚਾਰ ਕਰੋਗੇ, ਤੁਸੀਂ ਉਹਨਾਂ ਨਾਲ ਤਰਕ ਨਹੀਂ ਕਰੋਗੇ। ਉਹ ਕਹਿੰਦੇ ਠੀਕ ਹੈ। ਜਦੋਂ ਪੰਡਤ ਆਉਂਦੇ ਨੇ, ਰਵਿਦਾਸ ਜੀ ਵੀ ਜਾਂਦੇ ਨੇ, ਤੇ ਫਿਰ ਰਵਿਦਾਸ ਜੀ ਉਹਨਾਂ ਨੂੰ ਪੁੱਛਦੇ ਨੇ। ਪਹਿਲਾਂ ਕਹਿੰਦੇ ਨੇ ਕਿ ਹਾਂਜੀ ਦੱਸੋ ਤੁਸੀਂ ਕੀ ਪੁੱਛਣਾ, ਤੇ ਪੰਡਤ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਜਿਹੜੀ ਸ਼ਾਸਤਰ ਵਿਦਿਆ, ਜਿਹੜੇ ਵੇਦ ਸ਼ਾਸਤਰ ਪੜ੍ਹਨੇ ਹੁੰਦੇ ਨੇ, ਇਹ ਬ੍ਰਾਹਮਣ ਹੀ ਪੜ੍ਹ ਸਕਦੇ ਨੇ, ਇਹ ਉੱਚੇ ਕੁਲ 'ਚ ਪੈਦਾ ਹੋਏ ਨੇ, ਇਸ ਲਈ ਅਸੀਂ ਬ੍ਰਾਹਮਣ ਆ, ਤੁਸੀਂ ਸ਼ੂਦਰ ਹੋ, ਹਾਂ ਕਿ ਨਹੀਂ? ਉਹ ਕਹਿੰਦੇ ਹਾਂਜੀ। ਕਹਿੰਦੇ ਜੋ ਗਿਆਨ ਹੈ, ਜੋ ਵੇਦ ਸ਼ਾਸਤਰ ਹੈਗਾ, ਸਿਰਫ ਸਾਨੂੰ ਪੜ੍ਹਨਾ ਅਲਾਉਡ ਹੈ? ਕਹਿੰਦੇ ਹਾਂਜੀ। ਕਹਿੰਦੇ ਤੁਸੀਂ ਨਹੀਂ ਪੜ੍ਹ ਸਕਦੇ? ਉਹ ਕਹਿੰਦੇ ਨਹੀਂ ਜੀ। ਤੇ ਉਹ ਫਿਰ ਖੁਸ਼ ਹੋ ਜਾਂਦੇ ਆ ਕਿ ਮੰਨੀ ਜਾ ਰਹੇ ਨੇ ਕਿ ਬਈ ਇਹ ਤੇ ਨੀਵੀਂ ਜਾਤ ਦੇ ਨੇ ਤੇ ਇਹ ਨਹੀਂ ਪੜ੍ਹ ਸਕਦੇ।
ਤੇ ਉਹ ਕਹਿੰਦੇ ਨੇ, ਉਹ ਜਦੋਂ ਖੁਸ਼ ਹੋ ਜਾਂਦੇ ਨੇ ਕਿ ਕਿ ਮੈਂ ਇਹ ਮੰਨ ਗਏ ਨੇ ਕਿ ਜਿਹੜੀ ਗਿਆਨ ਦੀਆਂ ਗੱਲਾਂ ਨੇ ਉਹ ਸਿਰਫ ਪੰਡਿਤ ਕਰ ਸਕਦੇ ਨੇ। ਤੇ ਫਿਰ ਉਸ ਤੋਂ ਬਾਅਦ ਰਵਿਦਾਸ ਜੀ ਪੁੱਛਦੇ ਨੇ, ਕਹਿੰਦੇ ਹੁਣ ਮੈਂ ਵੀ ਇੱਕ ਗੱਲ ਪੁੱਛਣਾ ਚਾਹਨਾ ਤੁਹਾਡੇ ਕੋਲੋਂ ਕਿ ਜੋ ਤੁਸੀਂ ਗੰਗਾ ਨੂੰ ਪਵਿੱਤਰ ਸਮਝਦੇ ਹੋ, ਗੰਗਾ ਦੇ ਜਲ ਨੂੰ ਤੁਸੀਂ ਪਵਿੱਤਰ ਸਮਝਦੇ ਹੋ, ਅਗਰ ਤੁਸੀਂ ਗੰਗਾ ਦੇ ਜਲ ਦੀ ਅਗਰ ਮੈਂ ਸ਼ਰਾਬ ਬਣਾ ਦਾਂ ਤੇ ਕਿਆ ਤੁਸੀਂ ਪੀ ਲੋਗੇ? ਉਹ ਕਹਿੰਦੇ ਰਾਮ 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 ਰਾਮ, ਅਸੀਂ ਕਿਸ ਤਰ੍ਹਾਂ ਪੀਵਾਂਗੇ, ਸਾਡੇ ਵਾਸਤੇ ਤੇ ਸੋਚਣਾ ਵੀ ਪਾਪ ਹੈ, ਸ਼ਰਾਬ ਦਾ ਨਾਮ ਸੋਚਣਾ ਵੀ ਪਾਪ ਹੈ। ਤੇ ਉਹ ਕਹਿੰਦੇ ਤੁਸੀਂ ਨਹੀਂ ਪੀਓਗੇ, ਔਰ ਅਗਰ ਉਹੀ ਪਾਣੀ ਗੰਗਾ ਜਲ ਹੈ ਤੇ ਤੁਸੀਂ ਪੀ ਲੋਗੇ, ਕਿਉਂਕਿ ਉਹ ਪਵਿੱਤਰ ਹੈ, ਕਿਉਂਕਿ ਉਹ ਜਨਮ ਤੋਂ ਪਵਿੱਤਰ ਹੈ, ਉਹਦਾ ਜਿਹੜਾ ਮੂਲ ਹੈ ਗੰਗਾ ਜਲ ਉਹ ਪਵਿੱਤਰ ਹੈ, ਇਸ ਲਈ ਤੁਸੀਂ ਗੰਗਾ ਜਲ ਪੀ ਲੋਗੇ ਪਰ ਉਹਦੀ ਬਣੀ ਹੋਈ ਸ਼ਰਾਬ ਨਹੀਂ ਤੁਸੀਂ ਪੀਓਗੇ। ਉਹ ਕਹਿੰਦੇ ਬਿਲਕੁਲ ਠੀਕ। ਫਿਰ ਕਹਿੰਦੇ ਜਿਹੜੇ ਤਾੜੀ ਹੁੰਦੀ ਹੈ, ਤਾੜੀ ਦੀ ਸ਼ਰਾਬ ਬਣਦੀ ਹੈ ਪੇੜ ਤੇ ਉਹ ਕਹਿੰਦੇ ਅਗਰ ਤਾੜੀ ਹੈ, ਤਾੜੀ ਦਾ ਤੁਸੀਂ ਪੇੜ ਦੇ ਨਜ਼ਦੀਕ ਜਾਓਗੇ, ਉਹ ਕਹਿੰਦੇ ਤਾੜੀ ਸ਼ਰਾਬ ਉਹਦੇ ਤੋਂ ਬਣਦੀ ਹੈ ਤੇ ਅਸੀਂ ਉਹਦੇ ਨਜ਼ਦੀਕ ਕਿਉਂ ਜਾਵਾਂਗੇ, ਸਾਡਾ ਤੇ ਧਰਮ ਅਪਵਿੱਤਰ ਹੁੰਦਾ ਹੈ। ਤੇ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਅਗਰ ਤਾੜੀ ਨੂੰ ਅਗਰ ਉਹਦੇ ਤੋਂ ਤਾੜੀ ਨਾ ਕੱਢੀ ਜਾਏ, ਅਗਰ ਪੇੜ ਦੀ ਲੱਕੜੀ ਸੁਕਾ ਕੇ ਉਹਦਾ ਕਾਗਜ਼ ਬਣਾ ਲਿਆ ਜਾਏ ਔਰ ਉਹਦੇ ਉੱਤੇ ਵੇਦ ਸ਼ਾਸਤਰ ਲਿਖ ਦਿੱਤੇ ਜਾਣ ਤੇ ਤੁਸੀਂ ਉਹਨੂੰ ਪੂਜੋਗੇ ਕਿ ਨਹੀਂ? ਕਿਉਂਕਿ ਉਸ ਟਾਈਮ ਦੇ ਵਿੱਚ ਸਾਰਿਆਂ ਨਾਲੋਂ ਮਹਿੰਗਾ ਕਾਗਜ਼ ਇਹ ਤਾੜੀ ਦੇ ਪੇੜ ਤੋਂ ਹੀ ਬਣਦਾ ਸੀ, ਜਿਹਦੇ ਉੱਤੇ ਸ਼ਾਸਤਰ ਲਿਖੇ ਜਾਂਦੇ ਸੀ। ਤੇ ਉਹ ਕਹਿੰਦੇ ਬਿਲਕੁਲ, ਕਹਿੰਦੇ ਤੁਸੀਂ ਉਹਨੂੰ ਪੂਜੋਗੇ ਨਾ? ਤੇ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਕੋਈ ਆਪਣੇ ਜਨਮ ਤੋਂ ਨੀਵਾਂ ਨਹੀਂ ਹੁੰਦਾ। ਜਨਮ ਤੋਂ ਜਿਸ ਤਰ੍ਹਾਂ ਤਾੜੀ ਨੀਵੀਂ ਹੈ, ਪਰ ਅਗਰ ਉਹਦੇ ਕਰਮ ਚੰਗੇ ਨੇ, ਅਗਰ ਉਹਦੇ ਕਰਮ ਚੰਗੇ ਨੇ, ਉਹਦੇ ਕਰਮ ਹੈ ਕਿ ਉਹਨੂੰ ਅਗਰ ਸੁਕਾ ਕੇ ਉਹਦਾ ਕਾਗਜ਼ ਬਣਾ ਦਿੱਤਾ ਜਾਏ ਔਰ ਅਗਰ ਉਹਦੇ ਉੱਤੇ ਸ਼ਾਸਤਰ ਵੇਦ ਲਿਖੇ ਜਾਣ ਤੇ ਤੁਸੀਂ ਉਹ ਪੂਜਨੀय ਹੋ ਜਾਂਦੀ ਹੈ। ਔਰ ਮੂਲ ਜਨਮ, ਜਿਸ ਤਰ੍ਹਾਂ ਕਿ ਪੰਡਿਤ ਦਾ ਜਨਮ ਉੱਚ ਕੁਲ ਚ ਹੋਇਆ, ਜਿਸ ਤਰ੍ਹਾਂ ਗੰਗਾ ਤੁਸੀਂ ਪਵਿੱਤਰ ਮੰਨਦੇ ਹੋ, ਮਗਰ ਅਗਰ ਉਹਦੀ ਸ਼ਰਾਬ ਬਣ ਜਾਏ ਉਹਦਾ ਕਰਮ ਬੁਰਾ ਹੋ ਜਾਂਦਾ ਹੈ ਤੇ ਤੁਸੀਂ ਉਹਨੂੰ ਬੁਰਾ ਕਹਿੰਦੇ ਹੋ। ਔਰ ਅਗਰ ਪੰਡਤ ਵਿਦਿਆ ਨਹੀਂ ਪੜ੍ਹਦੇ, ਕੋਈ ਗਲਤ ਕੰਮ ਕਰਦੇ, ਇਹਦਾ ਮਤਲਬ ਉਹ ਪੰਡਿਤ ਨਹੀਂ ਹੈ। ਤੇ ਇਸ ਲਈ ਅਗਰ ਮੈਂ ਚਮਾਰ ਹੈ ਬਾਏ ਬਰਥ, ਤੇ ਇਹਦਾ ਮਤਲਬ ਅਗਰ ਮੇਰੇ ਕਰਮ ਚੰਗੇ, ਮੈਂ ਵਾਹਿਗੁਰੂ ਦਾ ਨਾਮ ਜਪਦਾ ਹੈ, ਮੈਂ ਰੱਬ ਦਾ ਨਾਮ ਜਪਦਾ ਹੈ, ਮੈਂ ਉਹ ਕਰਮਾਂ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹਨਾ ਹੈ, ਤੇ ਕਿਆ ਮੈਨੂੰ ਇਹ ਹੱਕ ਨਹੀਂ? ਤੇ ਫਿਰ ਜਦੋਂ ਇਹ ਪੰਡਿਤ ਸੁਣਦੇ ਨੇ ਤੇ ਫਿਰ ਪੰਡਿਤਾਂ ਨੂੰ ਵੀ ਆਪਣੇ ਆਪ ਤੇ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਫਿਰ ਉਹ ਵੀ ਰਵਿਦਾਸ ਜੀ ਨੂੰ ਉਹ ਕਰਦੇ ਨੇ, ਨਮਸਕਾਰ ਕਰਦੇ ਨੇ। ਕਹਿੰਦੇ ਫਿਰ ਇਹ ਸ਼ਬਦ ਹੈਗਾ ਕਿ ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਰਵਿਦਾਸ ਜੀ ਵਾਹਿਗੁਰੂ ਦੇ ਅੱਗੇ ਬੇਨਤੀ ਕਰਦੇ ਨੇ ਕਿ ਹੇ ਵਾਹਿਗੁਰੂ, ਤੂੰ ਮੈਨੂੰ ਆਪਣੀ ਸ਼ਰਨ ਬਖਸ਼ ਕਿ ਮੈਂ ਤੇਰੀ ਸੰਗਤ ਹੀ ਕਰਦਾ ਰਵਾਂ, ਮੈਨੂੰ ਤੂੰ ਆਪਣੀ ਸ਼ਰਨ ਬਖਸ਼। ਹਮ ਔਗੁਣ ਤੁਮ ਉਪਕਾਰੀ। ਕਹਿੰਦੇ ਮੈਂ ਤੇ ਅਵਗੁਣਾਂ ਦਾ ਭਰਿਆ ਹੋਇਆ ਹੈ। ਹੁਣ ਅਸੀਂ ਆਪਣੇ ਆਪ ਨੂੰ ਇੰਨਾ ਨੀਵਾਂ ਬਣਾ ਕੇ, ਨੀਵਾਂ ਕਰਕੇ ਕਹਿ ਰਹੇ ਨੇ ਕਿ ਮੈਂ ਤੇ ਅਵਗੁਣਾਂ ਦਾ ਭਰਿਆ ਹੋਇਆ ਔਰ ਤੂੰ ਤੇ ਇੰਨਾ ਬਖਸ਼ਣਹਾਰ ਹੈ, ਤੂੰ ਇੰਨਾ ਉਪਕਾਰ ਕਰਦਾ ਸਾਡੇ ਤੇ ਤੂੰ ਮੇਰੇ ਅਵਗੁਣ ਤੂੰ ਬਖਸ਼ ਸਕਦਾ। ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਾਸਾ। ਚੰਦਨ ਸਭ ਨੂੰ ਪਤਾ ਹੈ ਕਿ ਚੰਦਨ ਬਹੁਤ ਮਹਿੰਗੀ ਲੱਕੜੀ ਹੁੰਦੀ ਹੈ ਔਰ ਚੰਦਨ ਦਾ ਪੇੜ ਕਾਫੀ ਨੀਅਰਲੀ 10 ਮੀਟਰ ਲੰਬਾ ਹੁੰਦਾ, ਔਰ ਜਿਹੜਾ ਇਰਿੰਡ ਹੁੰਦਾ ਇਹ ਛੋਟੀ ਝਾੜੀ ਹੁੰਦੀ ਹੈ। ਔਰ ਸਭ ਨੂੰ ਪਤਾ ਜਿਹੜਾ ਚੰਦਨ, ਅਸਲੀ ਚੰਦਨ ਤੇ ਵੈਸੇ ਵੀ ਬਾਜ਼ਾਰ ਚ ਕਿਤੇ ਨਹੀਂ ਮਿਲਦਾ, ਪਰ ਜਿਹੜੇ ਉਹਦੇ ਨਾਲ ਦੇ ਜਿਹੜੇ ਪੌਦੇ ਹੁੰਦੇ ਨੇ, ਬੂਟੇ ਹੁੰਦੇ ਨੇ, ਉਹਦੇ ਵਿੱਚ ਵੀ ਚੰਦਨ ਦੇ ਨਾਲ ਰਹਿ ਕੇ ਤੇ ਚੰਦਨ ਦੀ ਸਮੈਲ ਉਹਦੇ ਵਿੱਚ ਆ ਜਾਂਦੀ ਹੈ। ਤੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਚੰਦਨ ਦਾ ਵਪਾਰ ਕਰਦੇ ਨੇ, ਉਹ ਫੇਕ ਉਹਨੂੰ, ਜੋ ਜਿਹਨੇ ਚ ਸਮੈਲ ਆ ਜਾਂਦੀ ਹੈ ਚੰਦਨ ਦੀ, ਉਹਨੂੰ ਵੀ ਚੰਦਨ ਕਹਿ ਕੇ ਹੀ ਵੇਚਦੇ ਨੇ। ਉਹ ਕਹਿੰਦੇ ਨੇ ਹੇ ਵਾਹਿਗੁਰੂ, ਤੂੰ ਚੰਦਨ ਹੈ ਔਰ ਮੈਂ ਤੇ ਇਰੰਡ ਹੈਗਾ, ਮੈਂ ਤੇ ਇੱਕ ਛੋਟਾ ਜਿਹਾ ਪੌਦਾ ਹੈਗਾ, ਕੰਡਿਆਂ ਵਾਲਾ ਪੌਦਾ ਹੈਗਾ, ਕਿ ਤੇਰੇ ਨਾਲ ਰਹਿ ਕੇ ਮੇਰੇ ਚ ਵੀ ਤੇਰੀ ਸੁਗੰਧ ਆ ਗਈ ਹੈ। ਕਿਉਂਕਿ ਉਹ ਕਹਿੰਦੇ ਹੁਣ ਤੇਰੇ ਚ ਤੇ ਮੇਰੇ ਚ ਕੋਈ ਫਰਕ ਨਹੀਂ ਰਿਹਾ। ਉਹ ਕਹਿੰਦੇ ਨੇ ਤੇਰੀ ਵਾਹਿਗੁਰੂ, ਤੇਰਾ ਅੰਸ਼ ਮੇਰੇ ਵਿੱਚ ਆ ਗਿਆ ਹੈ।
नीच रूख ते ऊंच पे है गंध सुगंध निवासा। कहंदे तू ते इन्ना ऊंचा हैगा और मैं इन्ना नीवा हैगा, और तेरी 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 गंध, तेरी जेड़ी अच्छी तेरी जेड़ी क्वालिटीज ने वो मेरे विच आ गईयां ते मेरा भी मुल वध गया। जिस तरह वो जो चमार जाति च पैदा होए सी और वाहिगुरु ने उन्हां ते मेहर कीती, कहंदे तू मैनू इन्नी बख्शिया है कि मेरे दिल च तू भगती भावना पाई है, तू मैनू तू इस लायक समझा, भगती दे लायक समझा, तू मैनू नीच कित्थों दी तू मैनू कित्थे चुक के बिठा दिता। तुम मखतूल सुपेद सपियल हम बपुरे जसकीरा। कहंदे मैं ते उस दी तरह है, और जो जो सब नू पता है, जो रेशम बनांदा है कीड़ा, वो अपने अपने सलाइवा दे नाल, अपने थुक दे नाल अपने आस पास एक ककून बना लैंदा है, जो कि रेशम हुंदी है, और जिस तरह वो बाहर निकलदा है ते उदों मर जांदा। कहंदा तू ते रेशम है, हे वाहिगुरु तू रेशम है और मैं ते कीड़ा है, और सच संगत मिल रही है माधो जैसे मधु मखीरा। ओ कहंदे ने हे वाहिगुरु तू मैनू अपनी सत संगत बख्श, मैनू तू अपना नाम बख्श, मैनू अपना इस तरह नाम बख्श कि मैं हमेशा तेरे नाम दे नाल जुड़िया रहां, जिस तरह की मधुमक्खी हमेशा अपने छत्ते दे नाल चिपकी रहंदी है, और अपने काम च मधुमक्खी बस ओदा इक्को ही काम हुंदा है शहद लियाना और फुल्लां तो रस चूसना और शहद बनाना। वो कहंदा वाहिगुरु तू बस मैनू इक्को ही चीज बख्श, मैं आप तेरा नाम सिमरन ही करदा रवां, जिस तरह मधुमक्खियां रात दे अपने छत्ते दे नाल चिपकियां रहंदियां ने, ओहदा साथ नहीं छड्डदियां। हे वाहिगुरु मैं भी तेरी संगत ना छड्डां और मैनू भी अपने नाम दी दात बख्श। जाति ओछा पाती ओछा ओछा जन्म हमारा। कहंदे मैं ते नीच जाति च पैदा होया, मेरा कुल भी बड़ा नीवा है ते मेरा जन्म ते इन्ना नीवे घर च होया। राजा राम की सेव ना कीनी कह रविदास चमारा। कहंदे हे वाहिगुरु अगर मैं तेरा नाम सिमरन कीते बगैर अगर मैं चमार बन के मैं पैदा होया, अगर मैं चमार बन के ही चला गया ते मेरा फिर आन ते फायदा मेरा जीना ही व्यर्थ है। ते इसलिए मैं तेरी अपना नाम बाणी बख्श, ताकि मैं तेरी भगती तेरा नाम सिमरन करके मैं अपने आप नू तेरे लायक बनावा। और राजा राम की सेवना कीनी कह रविदास को चमारा। कहंदे मैं ऐदा ही नहीं ऐसे जगत तो जाना चाहता, मैं चमार ही नहीं ऐदा जाना चाहता, मैं तेरा नाम वाहिगुरु सिमरन करके मैं तेरे चरणा दे विच आना चाहना है। एनी जी सेवा प्रवान करना जी। हुण असीं शब्द पढ़दे हां। कोई गलतियां हो गईयां होणगियां ते भुल्लां चुकां दी माफी दे देना संगत जी।